ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਹਮਾਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਹਮਾਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰਾ ਸਤਿਗੁਰ ਪੂਰੈ। ਹੋਈ ਸਰਬ ਕਲਿਆਣ, ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ। ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ। ਨਾਨਕ ਸਦ ਕੁਰਬਾਨ, ਜੀਉ ਪਾਏ ਪਿੰਡ ਜਿਨ ਸਾਜਿਆ। ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ। ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਜਿਤਨੇ ਵੀ ਗੁਰੂ ਪਿਆਰੇ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਵਾਸਤੇ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋ ਬੈਠੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸੁੰਦਰ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਸਾਨੂੰ ਕਰਤਾਰਥ ਕੀਤਾ,
ਉਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਸ੍ਰੀ ਮੁਖ ਵਾਕ ਹੁਕਮਨਾਮਾ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁਖ ਵਾਕ ਸਾਹਿਬ ਦੀ ਕਥਾ ਵਿਚਾਰ ਆਪਾਂ ਸਾਰੀਆਂ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਇਕੱਤਰ ਹੋ ਕਰਕੇ ਸ਼ਰਵਣ ਕਰਦੇ ਹਾਂ। ਅੱਜ ਦਾ ਜੋ ਇਹ ਪਾਵਨ ਸ੍ਰੀ ਮੁਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਕੁਝ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਧਿਆਨ ਰੱਖ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਰਠ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਉਚਾਰਨ ਕੀਤਾ ਹੋਇਆ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 619 ਅਤੇ 20 ਅੰਗ ਦੇ ਉੱਪਰ ਸੁਭਾਏਮਾਨ ਹੈ। ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਹਮਰੀ ਗਣਤ ਨਾ ਗਣੀਆਂ ਕਾਈ। ਪਰਮਾਤਮਾ ਵਾਹਿਗੁਰੂ ਜੀ ਦੇ ਸਨਮੁਖ ਬੇਨਤੀਆਂ ਕਰਨ ਦਾ ਢੰਗ ਤਰੀਕਾ ਗੁਰਸਿੱਖਾਂ ਨੇ ਪੁੱਛਿਆ ਹੈ। ਮਹਾਰਾਜ ਆਪ ਜੀ ਸਾਨੂੰ ਫਰਮਾਨ ਕਰਦੇ ਹੋ ਕਿ ਪਰਮਾਤਮਾ ਦੀ ਬਖਸ਼ਿਸ਼ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਜੇ ਬੰਦਾ ਸਾਧਨ ਵੀ ਕਰਦਾ, ਸਾਧਨਾ ਦਾ ਹੰਕਾਰ ਹੋ ਜਾਂਦਾ, ਤਾਂ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕਰ ਸਕਦਾ। ਕੋਈ ਸੁਖੈਨ ਢੰਗ ਤਰੀਕਾ ਦੱਸੋ। ਤੇ ਸਤਿਗੁਰੂ ਪਾਤਸ਼ਾਹ ਨੇ ਕਿਹਾ, ਗੁਰਸਿੱਖੋ ਪਰਮਾਤਮਾ ਨੂੰ ਪ੍ਰਸੰਨ ਕਰਨ ਵਾਸਤੇ ਗੁਰਸਿੱਖ ਨੂੰ ਫਿਰ ਬੇਨਤੀਆਂ ਕਰਨੀਆਂ, ਅਰਦਾਸਾਂ ਕਰਨੀਆਂ ਬਣਦੀਆਂ ਨੇ। ਜਿਹੜਾ ਕਾਰਜ ਨਿਮਰਤਾ ਨਾਲ ਕੀਤੀ ਬੇਨਤੀ ਅਰਦਾਸ ਨਾਲ ਹੋ ਜਾਣਾ, ਉਹ ਹੱਠ ਨਾਲ ਕੀਤੇ ਹੋਏ ਕਰਮਾਂ ਨਾਲ ਨਹੀਂ ਮਿਲਦਾ ਹੈ। ਤਾਂ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਬੇਨਤੀ ਕਰਨ ਦਾ ਢੰਗ ਵੀ ਸਾਨੂੰ ਦੱਸੋ, ਕਿਵੇਂ ਬੇਨਤੀਆਂ ਕਰਨੀਆਂ ਨੇ। ਤਾਂ ਉਸ ਵੇਲੇ ਇਹ ਪਰਮ ਪਵਿੱਤਰ ਸ਼ਬਦ ਸਤਿਗੁਰੂ ਜੀ ਨੇ ਉਚਾਰਨ ਕੀਤਾ, ਹਮਰੀ ਗਣਤ ਨਾ ਗਣੀਆਂ ਕਾਈ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਹਮਰੀ ਸਾਡੀ ਤਮਾਮ ਸਾਰੇ ਜੀਵਾਂ ਦੀ ਜਿਹੜੀ ਪਾਪਾਂ ਪੁੰਨਾਂ ਦੀ ਗਿਣਤੀ ਹੈ, ਉਹਨੂੰ ਨਾ ਗਣੀਆਂ ਗਿਣਨਾ ਨਾ ਕਰੋ। ਕਾਈ ਦਾ ਅਰਥ ਹੈ ਕੋਈ ਵੀ ਕਿਸੇ ਪ੍ਰਕਾਰ ਦੀ ਉੱਕਾ ਮਾਤਰ ਹੀ ਗਿਣਤੀ ਨਾ ਕਰੋ ਕਿ ਇਸ ਬੰਦੇ ਨੇ ਇੰਨੇ ਪੁੰਨ ਕੀਤੇ ਨੇ, ਇੰਨੇ ਪਾਪ ਕੀਤੇ ਨੇ, ਇਹਨੇ ਇੰਨਾ ਪਰਉਪਕਾਰ ਕੀਤਾ, ਇੰਨਾ ਉਹ ਕਾਰਜ ਕੀਤਾ, ਇੰਨਾ ਇਹਨੇ ਕਰਮ ਕੀਤਾ ਹੈ। ਮਹਾਰਾਜ ਜੇ ਤੁਸੀਂ ਸਾਡੇ ਪਾਪਾਂ ਪੁੰਨਾਂ ਦੀ, ਸਾਡੇ ਕਰਮਾਂ ਦੀ ਗਿਣਤੀ ਕਰਨ ਲੱਗ ਪਏ, ਸਾਡੇ ਤੇ ਪਲੜੇ ਵਿੱਚ ਸਾਰੇ ਜਿਹੜੇ ਪਾਪ ਹੀ ਪਾਪ ਨਿਕਲਣਗੇ। ਇੱਕ ਵੀ ਪੁੰਨ ਕਰਮ ਜ਼ਿੰਦਗੀ ਵਿੱਚ ਨਹੀਂ ਹੋਇਆ, ਕੋਈ ਪਰਉਪਕਾਰ ਨਹੀਂ ਕਰ ਸਕੇ ਜ਼ਿੰਦਗੀ ਦੇ ਅੰਦਰ। ਇਸ ਲਈ ਸਾਡੇ ਪਾਪਾਂ ਤੇ ਪੁੰਨਾਂ ਦੀ ਕੋਈ ਵੀ ਮਹਾਰਾਜ ਆਪ ਗਿਣਤੀ ਨੂੰ ਨਾ ਗਿਣਨਾ ਕਰੋ। ਆਪਣਾ ਬਿਰਦ ਪਛਾੜ। ਤੇ ਆਪਣਾ ਜਿਹੜਾ ਬਿਰਦ ਕਹੀਏ ਸੁਭਾਅ ਹੈ ਤੁਹਾਡਾ, ਤੇ ਉਹਨੂੰ ਪਛਾਨਣਾ ਕਰੋ। ਸੁਭਾਅ ਕੀ ਹੈ ਪਰਮਾਤਮਾ ਦਾ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦ। ਜਿਹੜਾ ਵੀ ਆ ਕੇ ਗੁਰੂ ਦੇ ਚਰਨਾਂ ਤੇ ਡਿੱਗ ਪਿਆ ਤੇ ਸਤਿਗੁਰੂ ਉਹਨੂੰ ਕੰਠ ਗਲੇ ਨਾਲ ਲਾ ਲੈਂਦੇ ਨੇ। ਨਾ ਉਹਦੇ ਪਾਪ ਦੇਖਦੇ, ਨਾ ਪੁੰਨਾਂ ਦੀ ਵਿਚਾਰ ਕਰਦੇ ਨੇ।
ਸੱਜਣ ਠੱਗ ਵਰਗੇ, ਕੌਡੇ ਰਾਖਸ਼ ਬਲੀ ਕੰਧਾਰੀ ਵਰਗੇ ਕਿਹੜੇ ਕਿਹੜੇ ਨਹੀਂ ਗੁਰੂ ਨਾਨਕ ਸਾਹਿਬ ਜੀ ਨੇ ਤਾਰੇ ਹਨ। ਮਹਾਰਾਜ ਉਹ ਜਿਹੜਾ ਆਪ ਜੀ ਦਾ ਬਿਰਦ ਸੁਭਾਅ ਹੈ, ਸ਼ਰਨ ਆਇਆਂ ਨੂੰ ਰੱਖ ਲੈਣਾ, ਸਾਡੇ ਵਾਸਤੇ ਉਹ ਸੁਭਾਅ ਤੁਸੀਂ ਪਛਾਨਣਾ ਕਰੋ। ਆਪ ਦੀ ਸ਼ਰਨ ਪਏ ਹਾਂ ਮਹਾਰਾਜ, ਆਪਣੇ ਪ੍ਰਤੱਖ ਗਲੇ ਨਾਲ ਲਾ ਲਓ, ਅਭੇਦ ਨਿਸ਼ਚੇ ਰੂਪ ਕੰਠ ਦੇ ਨਾਲ ਸਾਨੂੰ ਲਾ ਲੈਣਾ ਕਰੋ। ਹਾਥ ਦੇ ਰਾਖੇ ਕਰ ਆਪਣੇ, ਜਿਨ੍ਹਾਂ ਜਿਨ੍ਹਾਂ ਗੁਰੂ ਪਿਆਰਿਆਂ ਨੂੰ ਤੁਸੀਂ ਆਪਣੇ ਪ੍ਰਤੱਖ ਸਿਰ ਤੇ ਹੱਥ ਰੱਖ ਕਰਕੇ ਆਪਣਾ ਬਣਾ ਲਿਆ, ਜਿਨ੍ਹਾਂ ਦੇ ਉੱਤੇ ਕਿਰਪਾ ਰੂਪੀ ਹੱਥ ਰੱਖ ਕਰਕੇ ਆਪਣਾ ਬਣਾ ਲੈਂਦੇ ਹੋ। ਸਦਾ ਸਦਾ ਰੰਗ ਮਾਣ, ਉਹ ਗੁਰੂ ਦਾ ਪਿਆਰਾ ਆਪ ਦੀ ਕਿਰਪਾ ਦਾ ਪਾਤਰ ਬਣ ਕਰਕੇ ਤੁਹਾਡੀ ਬਖਸ਼ਿਸ਼ ਲੈ ਕਰਕੇ ਹਮੇਸ਼ਾ ਹਮੇਸ਼ਾ ਵਾਸਤੇ ਰੰਗ ਆਨੰਦ ਨੂੰ ਮਾਣਦਾ ਹੈ। ਐਸਾ ਜਿਹੜਾ ਬ੍ਰਹਮਾਨੰਦ ਹੈ ਪਰਮੇਸ਼ਰ ਵਾਹਿਗੁਰੂ ਜੀ ਦੀ ਵਿੱਚ ਅਭੇਦਤਾ ਦਾ, ਉਹਨੂੰ ਗੁਰੂ ਦੇ ਪਿਆਰੇ ਮਾਣਦੇ ਨੇ, ਜਿਨ੍ਹਾਂ ਦੇ ਸਿਰ ਤੇ ਕਿਰਪਾ ਦਾ ਹੱਥ ਆਪ ਜੀ ਰੱਖ ਦਿੰਦੇ ਹੋ। ਸਾਚਾ ਸਾਹਿਬ ਸਦ ਮਿਹਰਬਾਨ, ਇਉਂ ਬੇਨਤੀ ਵਿੱਚ ਕਹਿਣਾ ਹੈ ਕਿ ਇਹ ਅਕਾਲ ਪੁਰਖ ਪਰਮਾਤਮਾ ਜੀ ਤੁਸੀਂ ਸਾਚਾ ਸੱਚੇ ਹੋ। ਬਾਕੀ ਤਮਾਮ ਦੁਨੀਆ ਤਰਲੋਕੀ ਦੇ ਪਦਾਰਥ ਦੇਵੀ ਦੇਵਤੇ ਸਭ ਇਹ ਮਿਥਿਆ ਰੂਪ ਨੇ, ਇਹ ਉਮਰਾਂ ਭੋਗ ਕਰਕੇ ਸਮਾਪਤ ਹੋ ਜਾਂਦੇ, ਫਿਰ ਹੋਰ ਨੂੰ ਪਦਵੀਆਂ ਮਿਲ ਜਾਂਦੀਆਂ ਨੇ। ਪਰਮੇਸ਼ਰ ਵਾਹਿਗੁਰੂ ਹਮੇਸ਼ਾ ਵਾਸਤੇ ਸੱਚ ਹੈ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਤਿੰਨਾਂ ਸਮਿਆਂ ਵਿੱਚ ਸੱਚੇ ਹੋ। ਸਾਹਿਬ ਦਾ ਅਰਥ ਤੁਸੀਂ ਮਾਲਕ ਹੋ, ਸਾਰਿਆਂ ਦੇ ਹਿਰਦੇ ਦੇ ਅੰਦਰ ਬਸਣ ਵਾਲੇ ਹੋ। ਸਾਧ ਮਿਹਰਬਾਨ, ਹਮੇਸ਼ਾ ਵਾਸਤੇ ਤੁਸੀਂ ਮਿਹਰਬਾਨਗੀ ਕਰਦੇ ਹੋ, ਤਰਸ ਕਰਦੇ ਹੋ, ਕਿਰਪਾਲੂ ਸਰੂਪ ਹੋ। ਬੰਦ ਪਾਇਆ ਮੇਰਾ ਸਤਿਗੁਰ ਪੂਰੈ, ਮੇਰੇ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਸਾਹਿਬ ਜੀ ਨੇ ਸਾਡੇ ਮਨ ਦੇ ਅੰਦਰ ਐਸਾ ਜਿਹੜਾ ਹੈ ਬੰਧ ਕਹੀਏ ਸੰਤੋਖ ਦਾ ਬੰਧਨ ਪਾ ਦਿੱਤਾ। ਕਿਉਂਕਿ ਸਾਡਾ ਜਿਹੜਾ ਮਨ ਸੀ ਇਹ ਤ੍ਰਿਸ਼ਨਾ ਦੇ ਅਧੀਨ ਹੋ ਕਰਕੇ ਪਦਾਰਥਾਂ ਦੇ ਵੱਲ ਨੂੰ ਦੌੜ ਰਿਹਾ ਸੀ। ਪਦਾਰਥਾਂ ਵੱਲ ਦੌੜਦੇ ਹੋਏ ਐਸੇ ਮਨ ਨੂੰ ਰੋਕਣ ਵਾਸਤੇ ਅਕਾਲ ਪੁਰਖ ਪਰਮਾਤਮਾ ਦਾ ਸਵਰੂਪ ਸਤਿਗੁਰੂ ਨੇ ਸੰਤੋਖ ਦਾ ਬੰਧ ਬੰਨਣ ਪਾ ਦਿੱਤਾ ਹੈ। ਹੋਈ ਸਰਬ ਕਲਿਆਣ, ਫਿਰ ਸਰਬ ਤਰ੍ਹਾਂ ਕਰਕੇ ਸਰਬ ਔਰ ਸੇ ਕਲਿਆਣ ਮੁਕਤੀ ਨੂੰ ਪ੍ਰਾਪਤ ਹੋ ਗਏ ਹਾਂ। ਸਰਬ ਕਲਿਆਣ ਦਾ ਅਰਥ ਸਰਬ ਸਾਰੀਆਂ ਕਲਿਆਣ ਮੁਕਤੀਆਂ ਪ੍ਰਾਪਤ ਹੋ ਗਈਆਂ। ਚਾਰ ਮੁਕਤੀਆਂ ਬੈਕੁੰਠ ਦੀਆਂ ਨੇ, ਸ਼ਲੋਕ, ਸਰੂਪ, ਸਮੀਪ ਤੇ ਸਜੁਜ। ਇਹ ਵੀ ਚਾਰੇ ਪ੍ਰਾਪਤ ਹੋ ਗਈਆਂ ਗੁਰੂ ਨੇ ਜਦੋਂ ਸੰਤੋਖ ਦਾ ਬੰਧਨ ਮਨ ਨੂੰ ਪਾ ਦਿੱਤਾ। ਤੇ ਇਹਨਾਂ ਚਾਰ ਮੁਕਤੀਆਂ ਤੋਂ ਉੱਪਰ ਜਿਹੜੀ ਕੇਵਲ ਮੋਕਸ਼ਤਾ ਹੈ ਪਰਮਾਤਮਾ ਦੇ ਵਿੱਚ ਲੀਨਤਾ ਦੀ ਅਭੇਦਤਾ ਵਾਲੀ, ਇਹ ਵੀ ਅਕਾਲ ਪੁਰਖ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋ ਗਈ ਹੈ। ਵਿਸਰਾਮ ਅਸਥਾਈ ਦੇ ਕੇ ਸਤਿਗੁਰੂ ਪਾਤਸ਼ਾਹ ਉਚਾਰਨ ਕਰਦੇ ਹਨ। ਜੀਉ ਪਾਏ ਪਿੰਡ ਜਿਨ ਸਾਜਿਆ, ਪਰਮਾਤਮਾ ਵਾਹਿਗੁਰੂ ਜੀ ਦੇ ਪਰਉਪਕਾਰ ਯਾਦ ਕਰਵਾਉਂਦੇ ਨੇ। ਜਿਸ ਪਰਮਾਤਮਾ ਨੇ ਮਾਤਾ ਦੇ ਉਦਰ ਅੰਦਰ ਤੇਰੇ ਪਿੰਡ ਨੂੰ ਸਾਜਿਆ ਸਜਾਉਣਾ ਕੀਤਾ। ਬਾਲਕ ਦਾ ਜਿਹੜਾ ਐਸਾ ਵਜੂਦ ਸਰੀਰ ਮਾਤਾ ਦੇ ਗਰਭ ਦੇ ਅੰਦਰ ਬਣਦਾ ਹੈ, ਪਾਲਣਾ ਹੁੰਦੀ, ਅੰਗ ਪ੍ਰਤੰਗ ਛੋਟੇ ਤੋਂ ਲੈ ਕੇ ਵੱਡੇ ਅੰਗ ਉਹ ਸਾਰੇ ਸਰੀਰ ਦੇ ਅੰਦਰ ਹੀ ਬਣਦੇ ਨੇ। ਪਰਮਾਤਮਾ ਵਾਹਿਗੁਰੂ ਬੜਾ ਉਹਨੂੰ ਸਾਜਿਆ ਸਜਾਉਂਦਾ, ਨੇਤਰਾਂ ਦੇ ਉੱਤੇ ਪਲਕਾਂ ਲਾਉਂਦਾ ਹੈ, ਮਿੱਟੀ ਘੱਟੇ ਤੋਂ ਬਚਾਅ ਹੋ ਜਾਵੇ। ਕੰਨਾਂ ਦੇ ਉੱਤੇ ਛੱਜੇ ਲਾਏ ਨੇ ਕਿ ਹਵਾ ਦਾ ਕੋਈ ਐਸਾ ਪ੍ਰਭਾਵ ਨਾ ਕੰਨਾਂ ਤੇ ਪਵੇ। ਜਵਾੜਿਆਂ ਨੂੰ ਢੱਕਣ ਵਾਸਤੇ ਬੜੇ ਸੋਹਣੇ ਬੁੱਲ੍ਹ ਲਾ ਦਿੱਤੇ ਪਰਮਾਤਮਾ ਨੇ। ਬੜਾ ਸਿਆਣਾ ਹੈ ਪਰਮਾਤਮਾ, ਬਹੁਤ ਹੀ ਸੋਹਣੇ ਢੰਗ ਦੇ ਨਾਲ ਸਾਜਿਆ ਸਜਾਉਂਦਾ ਹੈ ਸਰੀਰ ਨੂੰ। ਪਹਿਲਾਂ ਸਰੀਰ ਬਣਦਾ ਹੈ, ਫਿਰ ਜੀਉ ਪਾਏ, ਉਹਦੇ ਅੰਦਰ ਜੀਵ ਕਲਾ ਬਾਅਦ ਵਿੱਚ ਪੈਂਦੀ ਹੈ। ਗੰਢੇਂਦਿਆਂ 6 ਮਾਹ ਤੁੜੰਦਿਆਂ ਹੈ ਕਿਖੇ ਨੂੰ,
6 ਮਹੀਨੇ ਲੱਗਦੇ ਸਰੀਰ ਨੂੰ ਗੰਢਣ ਵਾਸਤੇ। ਕਿਸੇ ਦੀ ਜੀਵ ਕਲਾ ਪਹਿਲਾਂ ਤੇ ਕਿਸੇ ਦੀ ਥੋੜਾ ਸਮਾਂ ਦੇਰੀ ਨਾਲ ਆ ਜਾਂਦੀ ਹੈ। ਰੱਬ ਦੇ ਪਿਆਰੇ ਜਿਹੜੇ ਕੋਈ ਨਾਮ ਦੇ ਰਸੀਏ ਪਵਿੱਤਰ ਆਤਮਾਵਾਂ ਆਉਂਦੀਆਂ ਧੁਰੋਂ ਬਖਸ਼ੀਆਂ ਹੋਈਆਂ, ਉਹਨਾਂ ਦੀ ਜੀਵ ਕਲਾ ਉਸ ਵੇਲੇ ਸਰੀਰ ਅੰਦਰ ਪ੍ਰਵੇਸ਼ ਕਰਦੀ ਜਦੋਂ ਮਾਤਾ ਦੇ ਉਦਰ ਵਿੱਚੋਂ ਵਜੂਦ ਬਾਹਰ ਆ ਜਾਂਦਾ। ਇਸੇ ਲਈ ਉਹਨਾਂ ਨੂੰ ਕਿਹਾ ਕਿ ਜੰਮਣ ਮਰਨੋਂ ਬਾਹਰੇ ਪਰਉਪਕਾਰੀ ਜਗ ਵਿੱਚ ਆਏ। ਅਸੀਂ ਪੁੱਠੇ ਲਟ ਕੇ ਦੁੱਖ ਭੋਗਦੇ ਤੇ ਰੱਬ ਦੇ ਪਿਆਰਿਆਂ ਨੂੰ ਪੁੱਠਾ ਨਹੀਂ ਲਟਕਣਾ ਪੈਂਦਾ। ਇਸ ਲਈ ਪਹਿਲਾਂ ਪਰਮਾਤਮਾ ਨੇ ਪਿੰਡ ਜਿਹੜਾ ਸਰੀਰ ਸਾਜਿਆ ਸਜਾਉਣਾ ਕੀਤਾ, ਫਿਰ ਉਹਦੇ ਅੰਦਰ ਆਪਣੀ ਜੀਵ ਕਲਾ ਚੇਤਨ ਸੱਤਾ ਆਤਮਾ ਆਪਣੀ ਜੋਤ ਪਾ ਦਿੱਤੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਪਰਮਾਤਮਾ ਵਾਹਿਗੁਰੂ ਦੇ ਪਰਉਪਕਾਰ ਕੀਤੇ ਹਨ। ਦਿੱਤਾ ਪੈਨਣ ਖਾਣ। ਫਿਰ ਜੀਵ ਦਾ ਜਿਸ ਵੇਲੇ ਜਨਮ ਹੋ ਜਾਂਦਾ, ਮਾਤ ਲੋਕ ਵਿੱਚ ਆ ਜਾਂਦਾ ਜੀਵ, ਫਿਰ ਇਹਨੂੰ ਪਰਮਾਤਮਾ ਨੇ ਪਹਿਨਣ ਵਾਸਤੇ ਅਨੇਕਾਂ ਤਰ੍ਹਾਂ ਦੇ ਵਸਤਰ ਦਿੱਤੇ ਨੇ। ਮਾਤਾ ਪਿਤਾ ਨਵੇਂ ਨਵੇਂ ਵਸਤਰ ਬਾਲਕ ਨੂੰ ਪਹਿਨਾਉਂਦੇ, ਬੜਾ ਚਾਅ ਹੁੰਦਾ ਮਨ ਵਿੱਚ। ਫਿਰ ਖਾਣ ਵਾਸਤੇ ਮਾਤਾ ਦੇ ਆਸਥਾਨਾਂ ਵਿੱਚ ਦੁੱਧ ਰੱਖ ਦਿੱਤਾ ਕਿ ਐਸਾ ਜਿਹੜਾ ਬਾਲਕ ਬੜਾ ਕੋਮਲ ਹੈ। ਫਿਰ ਦੁੱਧ ਦੀਆਂ ਦੰਦੀਆਂ ਨਿਕਲ ਜਾਂਦੀਆਂ, ਹੌਲੀ ਹੌਲੀ ਸਖਤ ਚੀਜ਼ਾਂ ਨੂੰ ਖਾਣ ਤੇ ਲੱਗ ਜਾਂਦਾ। 36 ਪ੍ਰਕਾਰ ਦੇ ਪਦਾਰਥ ਪਰਮਾਤਮਾ ਨੇ ਦਿੱਤੇ ਨੇ। ਉਸ ਪਰਮਾਤਮਾ ਵਾਹਿਗੁਰੂ ਦਾ ਸ਼ੁਕਰ ਕਰਿਆ ਕਰ, ਉਹਦੇ ਅੱਗੇ ਅਰਦਾਸਾਂ ਕਰ ਜਿਹਨੇ ਪਹਿਨਣ ਵਾਸਤੇ ਅਨੇਕਾਂ ਤਰ੍ਹਾਂ ਦੇ ਵਸਤਰ ਦਿੱਤੇ, ਖਾਣ ਵਾਸਤੇ 36 ਪ੍ਰਕਾਰ ਦੇ ਭੋਜਨ ਦਿੱਤੇ ਹਨ। ਆਪਣੇ ਦਾਸ ਕੀ ਆਪ ਪੈਜ ਰਾਖੀ। ਆਪਣਿਆਂ ਦਾਸਾਂ ਦੀ, ਆਪਣਿਆਂ ਸੇਵਕਾਂ ਦੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਆਪ ਹੀ ਪੈਜ ਜਿਹੜੀ ਪਤ ਇੱਜ਼ਤ ਰਾਖੀ ਰੱਖਣਾ ਕਰਦਾ ਤੇ ਅੱਗੇ ਨੂੰ ਵੀ ਰੱਖਣੀ ਕਰੇਗਾ। ਨਾਨਕ ਸਦ ਕੁਰਬਾਨ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ ਕਿ ਐਸੇ ਪਰਮਾਤਮਾ ਵਾਹਿਗੁਰੂ ਜੀ ਤੋਂ, ਪਰਮਾਤਮਾ ਦਾ ਸਵਰੂਪ ਆਪਣੇ ਸਤਿਗੁਰੂ ਤੋਂ ਸਦਾ ਵਾਸਤੇ ਅਸੀਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ। ਜਿੱਥੇ ਮਨ ਦਾ ਬਲ ਹਾਰ ਜਾਵੇ, ਤਨ ਦਾ ਬਲ ਹਾਰ ਜਾਵੇ, ਰੂਹਾਨੀ ਜਿਸਮਾਨੀ ਬਲ ਦੋਵੇਂ ਹੀ ਹਾਰ ਜਾਣ, ਫਿਰ ਉੱਥੇ ਬਲਿਹਾਰ ਜਾਣਾ ਹੁੰਦਾ ਹੈ। ਸੋ ਇਸ ਲਈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸਾਨੂੰ ਬੇਨਤੀਆਂ ਕਰਨ ਦਾ ਢੰਗ ਤਰੀਕਾ ਸਿਖਲਾਇਆ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਨ, ਐਸੀ ਭਾਵਨਾ ਸਾਡੇ ਮਨਾਂ ਅੰਦਰ ਵੀ ਬਣ ਆਵੇ। ਸੋ ਸਾਧ ਸੰਗਤ ਜੀ, ਅੱਜ ਜੋ ਬੈਸਾਖ ਮਹੀਨੇ ਦੀ ਸੰਕਰਾਂਤ ਦਾ ਸ਼ੁਭ ਦਿਹਾੜਾ ਹੈ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ 6 ਰੁੱਤਾਂ ਬਣਾਈਆਂ, 12 ਮਹੀਨੇ ਬਣਾਏ ਨੇ। ਇਹ ਬਾਰ-ਬਾਰ ਘੁੰਮ ਕਰਕੇ 6 ਰੁੱਤਾਂ ਤੇ 12 ਮਹੀਨੇ ਆਉਂਦੇ ਨੇ। ਫਿਰ ਇਸ ਲਈ ਵੱਖੋ ਵੱਖਰੇ ਮਹੀਨਿਆਂ ਦਾ ਜਿਹੜਾ ਫਲਾਦੇਸ਼ ਹੈ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਤੁਖਾਰੀ ਰਾਗ ਦੇ 12 ਮਾਹਾਂ ਵਿੱਚ ਵੀ ਉਚਾਰਨ ਕੀਤਾ। ਸੁਖੈਨ ਰੂਪ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਾਝ ਰਾਗ ਦੇ ਅੰਦਰ ਉਚਾਰਨ ਕੀਤਾ ਹੈ। ਸੋ ਆਪਾਂ ਫਿਰ ਉਹ ਹਰ ਮਹੀਨੇ ਦੀ ਜਿਹੜੀ ਵਿਚਾਰ ਹੈ ਰਲ ਮਿਲ ਕਰਕੇ ਸਾਂਝੀ ਕਰਦੇ ਹਾਂ। ਅੱਜ ਦਾ ਇਹ ਜਿਹੜਾ ਮਹੀਨਾ ਹੈ, ਬੈਸਾਖ ਦਾ ਮਹੀਨਾ ਆਰੰਭ ਹੋ ਰਿਹਾ ਹੈ। ਬੈਸਾਖ ਦੇ ਮਹੀਨੇ ਦੀ ਜਿਹੜੀ ਮਹਾਨਤਾ ਸਿੱਖ ਇਤਿਹਾਸ ਦੇ ਅੰਦਰ ਬੜੇ ਪੁਰਾਣੇ ਸਮੇਂ ਤੋਂ ਬਣੀ ਹੋਈ ਹੈ। ਜਿਸ ਵੇਲੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਬੌਲੀ ਸਾਹਿਬ ਦੀ ਰਚਨਾ ਸਤਿਗੁਰਾਂ ਨੇ ਕਰਵਾਈ 1557 ਈਸਵੀ ਨੂੰ। ਜਦੋਂ ਬੌਲੀ ਸਾਹਿਬ ਤਿਆਰ ਹੋ ਗਈ ਤੇ ਇਹਦੀ ਚੱਠ ਕਰਨੀ ਸੀ ਤੇ ਸਤਿਗੁਰਾਂ ਨੇ ਵਿਸਾਖੀ 1557 ਈਸਵੀ ਦਾ ਇਹ ਦਿਹਾੜਾ ਚੁਣਿਆ ਸੀ। ਭਾਈ ਪਾਰੋ ਜੀ ਆਦਿਕ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਕਦੇ ਸੰਗਤਾਂ ਕਿਸੇ ਇਲਾਕੇ ਦੀਆਂ ਨਗਰਾਂ ਪਿੰਡਾਂ ਦੀਆਂ ਆਉਂਦੀਆਂ, ਕਦੇ ਦੂਸਰੇ ਇਲਾਕੇ ਦੀਆਂ ਸੰਗਤਾਂ ਆਉਂਦੀਆਂ, ਸੰਗਤਾਂ ਦਾ ਜੋੜ ਮੇਲ ਕਿਵੇਂ ਹੋਵੇ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਸੀ, ਹਰ ਸਾਲ ਵਿਸਾਖੀ ਤੇ ਜਿੱਥੇ ਵੀ ਤਨ ਕਰਕੇ ਹੋਵਾਂਗੇ ਉੱਥੇ ਸੰਗਤ ਪਹੁੰਚਿਆ ਕਰੇ।
1557 ਦੇ ਅੰਦਰ ਪਹਿਲੀ ਜਿਹੜੀ ਵਿਸਾਖੀ ਹੈ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੌਲੀ ਸਾਹਿਬ ਦੀ ਚੱਠ ਕਰਨ ਵਾਸਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਮਨਾਈ ਹੈ। ਇਸ ਤੋਂ ਬਾਅਦ ਜਿਹੜੀ 1586 ਦੀ ਐਸੀ ਵਿਸਾਖੀ ਆਈ, ਉਸ ਦਿਨ ਬੀਬੀ ਰਾਜ ਕੌਰ ਜੀ ਜਿਹਨੂੰ ਰਜਨੀ ਕਿਹਾ ਜਾਂਦਾ ਹੈ, ਕੋੜੀ ਪਤੀ ਨੂੰ ਆਪਣੇ ਸਿਰ ਦੇ ਉੱਤੇ ਟੋਕਰੀ ਵਿੱਚ ਰੱਖ ਕੇ ਇਸ ਸਥਾਨ ਦੁੱਖ ਭੰਜਨੀ ਬੇਰੀ ਤੇ ਪਹੁੰਚੀ ਸੀ। ਇੱਥੇ ਆਪਣੇ ਪਤੀ ਦੀ ਟੋਕਰੀ ਰੱਖ ਕਰਕੇ ਤੁੰਗ ਪਿੰਡ ਦੇ ਅੰਦਰ ਮੰਗਣ ਵਾਸਤੇ ਚਲੀ ਗਈ ਤੇ ਉਹਦੇ ਪਤੀ ਨੇ ਕੀ ਵੇਖਿਆ ਕਿ ਨੇੜੇ ਨੀਵੀਂ ਜਗ੍ਹਾ ਤੇ ਜਲ ਖੜਾ ਹੈ। ਇਸ ਜਲ ਦੇ ਅੰਦਰ ਕਾਲੇ ਜਿਹੜੇ ਕਾਂ ਆ ਕਰਕੇ ਤਨ ਦੇ ਕਰਕੇ ਚੁਬਕੀਆਂ ਲਾਉਂਦੇ ਨੇ, ਇਸ਼ਨਾਨ ਕਰਦੇ ਤੇ ਚਿੱਟੇ ਬਣ ਬਣ ਕੇ ਨਿਕਲਦੇ ਨੇ। ਇਹ ਜਲ ਤੇ ਕਰਾਮਾਤੀ ਜਾਪਦਾ ਹੈ। ਫਿਰ ਉਸ ਨੇ ਕੀ ਕੀਤਾ, ਦੁੱਖ ਭੰਜਨੀ ਬੇਰੀ ਦੀ ਟਹਿਣੀ ਪਕੜ ਕਰਕੇ ਹੌਲੀ ਹੌਲੀ ਇਸ ਜਲ ਦੇ ਅੰਦਰ ਪ੍ਰਵੇਸ਼ ਕਰ ਗਿਆ। ਸਾਰਾ ਜਿੰਨਾ ਕੋੜ ਸੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਾਵਨ ਇਸ ਅੰਮ੍ਰਿਤ ਸਥਾਨ ਤੇ ਉਹਦਾ ਦੂਰ ਕੀਤਾ। ਇੱਕ ਅੰਗੂਠਾ ਉਹਦਾ ਜਲ ਤੋਂ ਬਾਹਰ ਰਹਿ ਗਿਆ ਸੀ, ਉਹ ਕੋੜ ਨਹੀਂ ਟੁੱਟਿਆ ਸੀ। ਜਦੋਂ ਰਾਜ ਕੌਰ ਰਜਨੀ ਆਈ ਵਾਪਸ ਮੁੜ ਕਰਕੇ ਉਹਨੇ ਵੇਖਿਆ ਵੀ ਇਸ ਬੰਦੇ ਨੇ ਮੇਰੇ ਪਤੀ ਨੂੰ ਕਤਲ ਕਰ ਦਿੱਤਾ, ਉਹਦੀ ਜਗ੍ਹਾ ਤੇ ਆਪ ਬੈਠ ਗਿਆ। ਉਹ ਕਹਿ ਰਿਹਾ, ਮੈਂ ਹੀ ਤੇਰਾ ਪਤੀ ਹਾਂ, ਇਸ ਕਰਾਮਾਤੀ ਜਲ ਦੇ ਅੰਦਰ ਇਸ਼ਨਾਨ ਕੀਤਾ, ਮੇਰਾ ਤਨ ਬਿਲਕੁਲ ਜਿਹੜਾ ਨਰੋਗ ਹੋ ਗਿਆ। ਰਾਜ ਕੌਰ ਰਜਨੀ ਦੇ ਮਨ ਵਿੱਚ ਭਰੋਸਾ ਨਾ ਆਇਆ। ਦੋਵੇਂ ਜਾਣੇ ਸੰਤੋਖਸਰ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚੇ ਨੇ। ਸਤਿਗੁਰੂ ਪਾਤਸ਼ਾਹ ਦੋਵਾਂ ਨੂੰ ਲੈ ਕਰਕੇ ਇਸ ਦੁੱਖ ਭੰਜਨੀ ਬੇਰੀ ਵਾਲੇ ਸਥਾਨ ਤੇ ਆਏ ਨੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਜੇ ਰਾਜ ਕੌਰ ਰਜਨੀ ਨੂੰ ਭਰੋਸਾ ਨਹੀਂ ਆਉਂਦਾ ਤੇ ਆਪਣਾ ਅੰਗੂਠਾ ਇਸ ਜਲ ਦੇ ਅੰਦਰ ਪ੍ਰਵੇਸ਼ ਕਰੋ। ਫਿਰ ਜਦੋਂ ਅੰਗੂਠਾ ਪ੍ਰਵੇਸ਼ ਕੀਤਾ ਤੇ ਸਾਰਾ ਅੰਗੂਠੇ ਦਾ ਕੋੜ ਟੁੱਟਿਆ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਜਿਸ ਦਿਨ ਇਹਨਾਂ ਦਾ ਬਹਾਨਾ ਬਣਾ ਕੇ ਕੌਤਕ ਵਰਤਾਇਆ, ਉਸ ਦਿਨ ਵੀ ਸਾਧ ਸੰਗਤ 1586 ਈਸਵੀ ਦੀ ਵਿਸਾਖੀ ਦਾ, ਅੱਜ ਦਾ ਵਿਸਾਖੀ ਦਾ ਪਾਵਨ ਦਿਹਾੜਾ ਸੀ। ਇਸ ਤੋਂ ਬਾਅਦ ਜੇ ਹੋਰ ਵਿਸਾਖੀਆਂ ਦੇ ਵੱਲ ਨਜ਼ਰ ਮਾਰੀਏ, 1664 ਈਸਵੀ ਦੀ ਜਿਹੜੀ ਵਿਸਾਖੀ ਆਈ ਹੈ, ਉਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਬਾਬਾ ਬਕਾਲਾ ਸਾਹਿਬ ਦੀ ਪਾਵਨ ਧਰਤੀ ਤੇ ਗੁਰਤਾ ਗੱਦੀ ਪ੍ਰਾਪਤ ਹੁੰਦੀ ਹੈ। ਇਹ ਵੀ ਇਤਿਹਾਸ ਵਿਸਾਖੀ ਨਾਲ ਆ ਕਰਕੇ ਜੁੜਦਾ ਹੈ। ਫਿਰ 1676 ਈਸਵੀ ਦੀ ਵਿਸਾਖੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਗੁਰੂ ਕੇ ਮਹਿਲ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਪ੍ਰਾਪਤ ਹੁੰਦੀ ਹੈ। ਇੰਨੀਆਂ ਵਿਸਾਖੀਆਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 1699 ਈਸਵੀ ਦੀ ਵਿਸਾਖੀ ਸਾਹਮਣੇ ਆਉਂਦੀ ਜਾਣ ਕੇ ਸੰਗਤਾਂ ਨੂੰ ਚਿੱਠੀਆਂ ਪਾ ਦਿੱਤੀਆਂ, ਮਸੰਦਾਂ ਦੀਆਂ ਡਿਊਟੀਆਂ ਲਾਈਆਂ ਕਿ ਜਿੰਨੀਆਂ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ 1699 ਈਸਵੀ ਦੀ ਵਿਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਕੱਤਰ ਹੋਣ। ਜਿਹੜੇ ਪੈਦਲ ਚੱਲਣ ਵਾਲੇ ਦੂਰੋਂ ਚੱਲੇ ਸਨ, ਉਹ 2-2 ਮਹੀਨੇ ਪਹਿਲਾਂ ਤੁਰ ਪਏ। ਕੋਈ ਗੱਡੀਆਂ ਦੀਆਂ ਸਵਾਰੀਆਂ, ਰਥਾਂ ਦੀਆਂ, ਘੋੜਿਆਂ ਦੀਆਂ ਸਵਾਰੀਆਂ, ਜਿਹੋ ਜਿਹਾ ਪ੍ਰਬੰਧ ਸੀ, ਸੰਗਤਾਂ ਨੇ ਬਹੀਰਾਂ ਘੱਤ ਦਿੱਤੀਆਂ। ਅਨੰਦਪੁਰ ਸਾਹਿਬ ਦੇ ਵਿੱਚ ਤੰਬੂ ਹੀ ਤੰਬੂ ਲੱਗੇ ਨੇ, ਸੰਗਤਾਂ ਮਿਆਉਂਦੀਆਂ ਨਹੀਂ। ਇੰਨਾ ਇਕੱਠ ਸੰਗਤਾਂ ਦਾ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ। ਜਿਸ ਵੇਲੇ ਸਾਧ ਸੰਗਤ ਅੱਜ ਦਾ ਇਹ ਸ਼ੁਭ ਪਾਵਨ ਪਵਿੱਤਰ ਦਿਹਾੜਾ ਵਿਸਾਖੀ ਦੀ ਸੰਕਰਾਂਤ ਦਾ ਆਇਆ ਹੈ, ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਹੁਕਮ ਦੇ ਕਰਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੀ ਪਾਵਨ ਪਵਿੱਤਰ ਪਹਾੜੀ ਤੇ ਦੀਵਾਨ ਸਜਾਉਣ ਦਾ ਐਲਾਨ ਕੀਤਾ। ਉੱਥੇ ਤੰਬੂ ਲੱਗਿਆ, ਪਹਾੜੀ ਦੇ ਉੱਪਰ 2 ਤੰਬੂ ਬਣੇ ਸੀ ਉਸ ਵੇਲੇ। ਇੱਕ ਤੰਬੂ ਔਰੰਗਜ਼ੇਬ ਬਾਦਸ਼ਾਹ ਦੇ ਵਾਸਤੇ ਬਣਾਇਆ ਗਿਆ, ਉਹਦੇ ਤੇ ਉਸ ਵੇਲੇ ਦਾ 2 ਲੱਖ ਰੁਪਈਆ ਲੱਗਿਆ ਸੀ। ਦੂਸਰਾ ਤੰਬੂ ਗੁਰੂ ਕੀਆਂ ਪਿਆਰੀਆਂ ਸੰਗਤਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਸਤੇ ਤਿਆਰ ਕੀਤਾ। ਇਸ ਤੰਬੂ ਤੇ ਉਸ ਵੇਲੇ ਦਾ 2.5 ਲੱਖ ਰੁਪਇਆ ਖਰਚ ਆਇਆ ਸੀ। ਸਾਰੀ ਪਹਾੜੀ ਕੇਸਗੜ੍ਹ ਸਾਹਿਬ ਜੀ ਦੀ ਇਸ ਤੰਬੂ ਦੇ ਨਾਲ ਢਕੀ ਗਈ ਹੈ। ਉਸ ਤੰਬੂ ਦੇ ਅੰਦਰ ਸਟੇਜ ਸਜੀ ਹੈ। ਸਟੇਜ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ।
ਕਈ ਵੀਰਾਂ ਦੇ ਮਨ ਵਿੱਚ ਖਿਆਲ ਹੋਵੇਗਾ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿੱਥੋਂ ਆ ਗਿਆ। ਉਸ ਵੇਲੇ ਬਹੁਤ ਉਤਾਰੇ ਮਹਾਂਪੁਰਖਾਂ ਸਾਧੂਆਂ ਨੇ ਕਰ ਲਏ ਸਨ। ਇੱਕ ਉਦਾਸੀ ਸਾਧੂ ਵੀ ਬੜੀ ਸੁੰਦਰ ਲਿਖਾਈ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਰਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਸਤਖਤ ਕਰਵਾਉਣ ਵਾਸਤੇ ਆਨੰਦਪੁਰ ਸਰੂਪ ਲੈ ਕੇ ਪਹੁੰਚਿਆ ਸੀ। ਤੇ ਆਨੰਦ ਜਿਹੜਾ ਐਸਾ ਆਨੰਦ ਚੰਦ ਸੀ ਤੇ ਉਹਦਾ ਮਨ ਲੁਭਾਏਮਾਨ ਹੋ ਗਿਆ ਤੇ ਕਈ ਮਹੀਨੇ ਸਰੂਪ ਰੱਖ ਕਰਕੇ ਉਹਨੂੰ ਫਿਰ ਸਾਧੂ ਨੂੰ ਜਵਾਬ ਹੀ ਦੇ ਦਿੱਤਾ ਸੀ। ਤੇ ਫਿਰ ਉੱਥੋਂ ਇਹ ਸਰੂਪ ਲੈ ਕੇ ਚੋਰੀ ਨਿਕਲ ਪਿਆ ਸੀ ਆਨੰਦਪੁਰ ਸਾਹਿਬ ਤੋਂ। ਬੜਾ ਲੰਬਾ ਇਤਿਹਾਸ ਹੈ, ਰਹੋ ਵਿਚਾਰ। ਇਸ ਲਈ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤੰਬੂ ਦੇ ਅੰਦਰ ਪ੍ਰਕਾਸ਼ ਕੀਤਾ ਗਿਆ। ਆਸਾ ਦੀ ਵਾਰ ਗੁਰੂ ਦੇ ਪਿਆਰੇ ਸਿੱਖਾਂ ਨੇ ਲਾਈ ਹੈ। ਤੇ ਜਦੋਂ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਹੋਇਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਕੇ ਮਹਿਲਾਂ ਤੋਂ ਆਏ ਨੇ। ਨੀਲੇ ਘੋੜੇ ਤੇ ਸਵਾਰ ਕਲੰਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ, ਚਿਹਰਾ ਜਾਹੋ ਜਲਾਲ ਸਤਿਗੁਰੂ ਪਾਤਸ਼ਾਹ ਦਾ ਤੱਕਿਆ ਨਹੀਂ ਜਾਂਦਾ। ਜਦੋਂ ਸਟੇਜ ਉੱਪਰ ਸਤਿਗੁਰੂ ਆਏ, ਆਉਂਦਿਆਂ ਸਾਰ ਆਪਣੇ ਮਿਆਨ ਵਿੱਚੋਂ ਸ੍ਰੀ ਸਾਹਿਬ ਸਤਿਗੁਰਾਂ ਨੇ ਖਿੱਚੀ ਹੈ। ਸਾਹਮਣੇ ਲੱਖਾਂ ਸੰਗਤਾਂ ਬੈਠੀਆਂ ਨੇ ਸਤਿਗੁਰਾਂ ਦੇ, ਤੇ ਬਚਨ ਕੀਤਾ ਸਤਿਗੁਰੂ ਪਾਤਸ਼ਾਹ ਕਹਿੰਦੇ, ਅੱਜ ਗੁਰੂ ਨੂੰ ਇੱਕ ਸਿਰ ਦੀ ਲੋੜ ਹੈ। ਨਾ ਬੀਬੀ ਦਾ ਨਾਮ ਲਿਆ ਤੇ ਨਾ ਕਿਸੇ ਭਾਈ ਦਾ ਨਾਮ ਲਿਆ, ਗੁਰੂ ਨੂੰ ਇੱਕ ਸਿਰ ਦੀ ਲੋੜ ਹੈ। ਸਨਾਟਾ ਛਾ ਗਿਆ ਸਾਰਿਆਂ ਦੇ ਮਨਾਂ ਵਿੱਚ, ਨੀਵੀਆਂ ਪੈ ਗਈਆਂ। ਕੌਣ ਸਿਰ ਦੇਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ? ਜਾਹੋ ਜਲਾਲ ਤੱਕਿਆ ਨਹੀਂ ਜਾਂਦਾ, ਬਿਜਲੀ ਵਾਂਗ ਜਿਹੜੀ ਸ੍ਰੀ ਸਾਹਿਬ ਲਿਸ਼ਕਦੀ ਹੈ। ਤੇ ਜਦੋਂ ਨੀਵੀਆਂ ਪੈ ਗਈਆਂ ਤੇ ਸਤਿਗੁਰਾਂ ਨੇ ਫਿਰ ਦੂਸਰੀ ਆਵਾਜ਼ ਦੇ ਦਿੱਤੀ, ਅੱਜ ਗੁਰੂ ਨੂੰ ਇੱਕ ਸਿਰ ਦੀ ਲੋੜ ਹੈ। ਤਾਂ ਦੂਸਰੀ ਆਵਾਜ਼ ਤੇ ਜੋ ਛਕਉਏ ਕੁਨਕੇ ਕੇ, ਭਾਗ ਗਏ ਇੱਕ ਠੁਣਕੇ ਕੇ। ਜਿਹੜੇ ਗੁਰੂ ਘਰ ਦੀਆਂ ਦੇਗਾਂ ਕੜਾਹ ਪ੍ਰਸ਼ਾਦ ਖਾਣ ਵਾਲੇ, ਲੰਗਰਾਂ ਦੇ ਸਵਾਦ ਵੇਖਣ ਵਾਲੇ, ਉਹ ਤੇ ਭੱਜ ਨਿਕਲੇ ਕਿ ਗੁਰੂ ਗੋਬਿੰਦ ਸਿੰਘ ਨੇ ਅੱਜ ਸਿੱਖ ਵੱਢਣੇ ਸ਼ੁਰੂ ਕਰ ਦਿੱਤੇ ਨੇ। ਕੁਝ ਐਸੇ ਸ਼ਰਧਾ ਤੋਂ ਹੀਣੇ ਲੋਕ ਮਸੰਦ ਮਾਤਾ ਗੁਜਰ ਕੌਰ ਜੀ ਕੋਲ ਵੀ ਗਏ। ਜਾ ਕੇ ਕਹਿਣ ਲੱਗੇ, ਜੀ ਗੋਬਿੰਦ ਰਾਏ ਸਾਹਿਬ ਨੂੰ ਸਮਝਾਓ, ਗੁਰੂ ਨਾਨਕ ਜੀ ਦਾ ਲਾਇਆ ਬੂਟਾ ਸਿੱਖੀ ਦਾ, ਸਿੱਖ ਵੱਢਣੇ ਸ਼ੁਰੂ ਕਰ ਦਿੱਤੇ ਨੇ। ਜਾਂ ਗੁਰਤਾ ਗੱਦੀ ਜਿਹੜੀ ਸਾਹਿਬਜ਼ਾਦੇ ਅਜੀਤ ਸਿੰਘ ਜੀ ਨੂੰ ਦੇ ਦਿੱਤੀ ਜਾਵੇ। ਮਾਤਾ ਜੀ ਨੇ ਇਹਨਾਂ ਨਿਸ਼ਰਦਕ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇੱਧਰ ਕਲੰਗੀਆਂ ਵਾਲੇ ਸਤਿਗੁਰਾਂ ਨੇ ਤੀਜੀ ਆਵਾਜ਼ ਦੇ ਦਿੱਤੀ ਹੈ, ਅੱਜ ਗੁਰੂ ਨੂੰ ਇੱਕ ਸਿਰ ਦੀ ਲੋੜ ਹੈ। ਜਦੋਂ ਤੀਜੀ ਆਵਾਜ਼ ਸਤਿਗੁਰਾਂ ਨੇ ਦਿੱਤੀ, ਇੱਕ ਨਿਮਰਤਾ ਵਾਲੀ ਪਾਵਨ ਪਵਿੱਤਰ ਰੂਹ ਗਲ ਵਿੱਚ ਪੱਲਾ ਪਾਇਆ ਤੇ ਨੀਵੀਂ ਪਾ ਕੇ ਲੱਖਾਂ ਸੰਗਤਾਂ ਦੇ ਵਿੱਚੋਂ ਖੜੀ ਹੋ ਗਈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਵਾਜ਼ ਮਾਰ ਕੇ ਕੋਲ ਬੁਲਾਇਆ। ਤੇ ਜਦੋਂ ਕੋਲ ਆਏ ਨੇ, ਸਤਿਗੁਰਾਂ ਬਾਹੋਂ ਪਕੜ ਕਰਕੇ ਇੰਨਾ ਸਰੀਰ ਨੂੰ ਝੰਜੋੜ ਦਿੱਤਾ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਸਰੀਰ ਹਿੱਲ ਗਿਆ। ਪੁੱਛਦੇ ਨੇ, ਵੀਰ ਰਸ ਵਿੱਚ ਭਰੇ ਗੁਰੂ ਗੋਬਿੰਦ ਸਿੰਘ ਮਹਾਰਾਜ, ਦਸ਼ਮੇਸ਼ ਪਿਤਾ, ਤੇਰਾ ਨਾਮ ਕੀ ਹੈ? ਹੱਥ ਜੋੜ ਕੇ ਧੀਮੀ ਆਵਾਜ਼ ਵਿੱਚ ਕਹਿੰਦਾ, ਜੀ ਮੇਰਾ ਨਾਮ ਦਇਆ ਰਾਮ ਹੈ। ਦਇਆ ਰਾਮ ਕਿੱਥੋਂ ਚੱਲ ਕੇ ਆਇਆ, ਕਿੱਥੋਂ ਦਾ ਨਿਵਾਸੀ ਹੈ? ਤਾਂ ਦਇਆ ਰਾਮ ਜੀ ਕਹਿਣ ਲੱਗੇ, ਮਹਾਰਾਜ ਲਾਹੌਰ ਤੋਂ ਚੱਲ ਕੇ ਆਇਆ, ਲਾਹੌਰ ਦਾ ਨਿਵਾਸੀ ਹਾਂ। ਕਲੰਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਕਹਿੰਦੇ, ਉਹ ਲਾਹੌਰ ਜਿਸ ਨੂੰ ਸਤਿਗੁਰਾਂ ਨੇ ਕਿਹਾ ਸੀ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਜਿੱਥੇ ਅੰਮ੍ਰਿਤ ਵੇਲੇ ਬੁੱਚੜਖਾਨੇ ਖੁੱਲ੍ਹ ਜਾਂਦੇ ਸੀ, ਜੀਵਾਂ ਦੇ ਕਤਲੇਆਮ ਪਾਪ ਉਪਦਰਵ ਹੋਣੇ ਸ਼ੁਰੂ ਹੋ ਜਾਂਦੇ ਸੀ, ਉਸ ਲਾਹੌਰ ਨਗਰੀ ਦੇ ਵਿੱਚੋਂ ਅੱਜ ਦਇਆ ਚੱਲ ਕੇ ਆਈ ਹੈ। ਇਹ ਕਾਰਜ ਪਰਮਾਤਮਾ ਦਾ, ਖਾਲਸਾ ਪੰਥ ਸਾਜਣ ਦਾ ਇਹ ਸਫਲਾ ਹੋਵੇਗਾ। ਕਲੰਗੀਆਂ ਵਾਲੇ ਸਤਿਗੁਰੂ ਪੁੱਛਦੇ ਨੇ, ਦਇਆ ਰਾਮ ਤਿੰਨ ਆਵਾਜ਼ਾਂ ਦਿੱਤੀਆਂ ਨੇ, ਪਹਿਲੀਆਂ ਦੋ ਆਵਾਜ਼ਾਂ ਨਹੀਂ ਤੈਨੂੰ ਸੁਣੀਆਂ, ਤੀਜੀ ਆਵਾਜ਼ ਤੇ ਕਿਉਂ ਉੱਠ ਕੇ ਆਇਆ? ਤਾਂ ਦਇਆ ਰਾਮ ਜੀ ਕਹਿੰਦੇ, ਸਤਿਗੁਰੂ ਆਵਾਜ਼ਾਂ ਮੈਂ ਸਾਰੀਆਂ ਸੁਣੀਆਂ ਨੇ। ਜਦੋਂ ਪਹਿਲੀ ਆਵਾਜ਼ ਆਪ ਜੀ ਨੇ ਦਿੱਤੀ, ਉਦੋਂ ਮੇਰਾ ਮਨ ਮੱਤ ਦੇ ਉੱਤੇ ਭਾਰੀ ਪਿਆ ਹੋਇਆ ਸੀ। ਮੇਰਾ ਮਨ ਕਹਿੰਦਾ ਸੀ, ਦੇਖੀ ਦਇਆ ਰਾਮ, ਕਿਤੇ ਤਲਵਾਰ ਦੇ ਘਾਟ ਆਪਣਾ ਸੀਸ ਜਿਹੜਾ ਉਤਰਾ ਕਰਕੇ ਭੰਗ ਦੇ ਭਾਣੇ ਮਨੁੱਖਾ ਜਨਮ ਨਾ ਕਿਤੇ ਗਵਾ ਦੇਵੀ।
ਇਸ ਦੇਹੀ ਕੋ ਸਿਮਰੈ ਦੇਵ, ਇਹਨੂੰ ਦੇਵਤੇ ਵੀ ਲੱਭਦੇ ਨੇ ਮਨੁੱਖਾ ਸਰੀਰ ਨੂੰ। ਗੁਰੂ ਦੀ ਕਿਤੇ ਕਿਰਪਾਨ ਸ੍ਰੀ ਸਾਹਿਬ ਦੇ ਨਾਲ ਗਲ ਵੱਢਿਆ ਗਿਆ ਤੇ ਮਨੁੱਖਾ ਸਰੀਰ ਅਜਾਈ ਨਾ ਚਲਿਆ ਜਾਵੇ। ਜਦੋਂ ਆਪ ਜੀ ਨੇ ਦੂਜੀ ਆਵਾਜ਼ ਦਿੱਤੀ, ਅਸੀਂ ਰੋਜ਼ਾਨਾ ਅਰਦਾਸ ਵਿੱਚ ਕਹਿੰਦੇ ਸਿੱਖਾਂ ਦਾ ਮਨ ਨੀਵਾ ਮੱਤ ਉੱਚੀ। ਦੂਜੀ ਆਵਾਜ਼ ਤੇ ਮੇਰੇ ਮਨ ਦੇ ਉੱਤੇ ਮੇਰੀ ਮੱਤ ਭਾਰੀ ਪੈ ਗਈ। ਮੇਰੀ ਮੱਤ ਨੇ ਮਨ ਨੂੰ ਸਮਝਾਇਆ ਕਿ ਮਨਾ, ਸਤਿਗੁਰ ਕੈ ਜਨਮੈ ਗਵਨ ਮਟਾਇਆ। ਗੁਰੂ ਦੇ ਘਰ ਅੰਦਰ ਜਦੋਂ ਜਨਮ ਹੁੰਦਾ ਤੇ ਉੱਥੇ ਆਵਾਗਮਨ ਮਿਟ ਜਾਂਦਾ, ਆਉਣਾ ਜਾਣਾ ਨਿਬੜ ਜਾਂਦਾ। ਤੇ ਮੇਰਾ ਜਿਹੜੀ ਮੱਤ ਸੀ ਮਨ ਦੇ ਉੱਤੇ ਭਾਰੀ ਪੈ ਗਈ। ਤੇ ਫਿਰ ਤੀਸਰੀ ਤੁਸਾਂ ਨੇ ਆਵਾਜ਼ ਦੇ ਦਿੱਤੀ, ਮਹਾਰਾਜ ਮੈਂ ਉੱਠ ਕੇ ਖੜਾ ਹੋ ਗਿਆ। ਕਲੰਗੀਆਂ ਵਾਲੇ ਸਤਿਗੁਰੂ ਪੁੱਛਦੇ ਨੇ, ਦਇਆ ਰਾਮ ਆਪਣੀ ਪ੍ਰਸੰਨਤਾ ਨਾਲ ਆਇਆ ਹੈ? ਘਰ ਵਿੱਚ ਕੋਈ ਲੜਾਈ ਝਗੜਾ ਹੋਣ ਕਰਕੇ ਜਾਂ ਕਿਸੇ ਦੇ ਕਹਿਣ ਕਹਾਉਣ ਕਰਕੇ ਤੇ ਨਹੀਂ ਖੜਾ ਹੋ ਗਿਆ? ਤਾਂ ਭਾਈ ਦਇਆ ਰਾਮ ਜੀ ਕਹਿੰਦੇ, ਸਤਿਗੁਰੂ ਪਾਤਸ਼ਾਹ ਮੈਂ ਆਪਣੀ ਇੱਛਾ ਦੇ ਅਨੁਸਾਰ ਆਪ ਜੀ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਗੁਰੂ ਦੀ ਕਲਾ ਨੂੰ ਸਮਝ ਕਰਕੇ ਆਇਆ ਹਾਂ। ਫਿਰ ਉੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਕੌਤਕ ਸੰਗਤਾਂ ਦੇ ਸਾਹਮਣੇ ਵਰਤਾਇਆ। ਕਿਸੇ ਨੇ ਕਹਿ ਦਿੱਤਾ ਜੀ ਉੱਥੇ ਤੰਬੂ ਦੇ ਅੰਦਰ ਸਤਿਗੁਰੂ ਪਾਤਸ਼ਾਹ ਫੜ ਕੇ ਲੈ ਗਏ। ਕਿਸੇ ਨੇ ਕੁਝ ਲਿਖ ਦਿੱਤਾ ਤੇ ਕਿਸੇ ਨੇ ਕੁਝ ਲਿਖ ਦਿੱਤਾ। ਕਿਸੇ ਨੇ ਕਹਿ ਦਿੱਤਾ ਜੀ ਉੱਥੇ ਬੱਕਰੇ ਝਟਕਾਏ ਸਨ, ਉਹ ਖੂਨ ਅੰਦਰ ਰੱਖਿਆ ਹੋਇਆ ਸੀ ਲਿਆ ਕਰਕੇ, ਜਾਂ ਬੱਕਰਾ ਵੱਢ ਦਿੱਤਾ ਤੇ ਆਵਾਜ਼ ਆਈ ਅੰਦਰੋਂ ਤੇ ਸਤਿਗੁਰੂ ਸ੍ਰੀ ਸਾਹਿਬ ਜਿਹੜੀ ਖੂਨ ਦੇ ਨਾਲ ਲਿਬੜੀ ਹੋਈ ਬਾਹਰ ਲੈ ਕੇ ਆ ਗਏ। ਸਵਾਦ ਉਸ ਵੇਲੇ ਆਉਂਦਾ ਜਦੋਂ ਦੂਸਰੇ ਧਰਮ ਦਾ ਬੰਦਾ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਦੀ ਵਡਿਆਈ ਸਾਹਮਣੇ ਕਹਿੰਦਾ ਹੋਵੇ। ਅਸੀਂ ਇਤਿਹਾਸ ਮਾਣ ਦੇ ਨਾਲ ਪੜ੍ਹਦੇ ਹਾਂ, ਅੱਲਾ ਯਾਰ ਖਾਂ ਜੋਗੀ ਦਾ, ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਦੇ, ਆਨੰਦਾਂ ਦੀ ਪੁਰੀ ਨੂੰ ਛੱਡਣ ਦਾ ਇਤਿਹਾਸ ਪੜ੍ਹਦੇ, ਰੋਣਾ ਆ ਜਾਂਦਾ ਇਤਿਹਾਸ ਨੂੰ ਸੁਣ ਕਰਕੇ। ਇਸੇ ਪ੍ਰਕਾਰ ਸਤਿਗੁਰੂ ਪਾਤਸ਼ਾਹ ਦੇ ਦਰ ਦੇ ਵਿੱਚ ਔਰੰਗਜ਼ੇਬ ਦੇ ਵੱਲੋਂ ਜਸੂਸੀਆ ਜਿਹੜਾ ਅਬ ਉਲ ਤਰਾਨੀ ਇਹ ਛੱਡਿਆ ਗਿਆ ਸੀ। ਭੇਸ ਬਦਲ ਕਰਕੇ CID ਕਰਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਦੀ, ਰੋਜ਼ਾਨਾ ਰਿਪੋਰਟ ਬਣਾ ਕੇ ਦਿੱਲੀ ਪਹੁੰਚਦੀ ਕਰਦਾ ਸੀ। ਅੱਜ ਗੁਰੂ ਦੇ ਇਰਾਦੇ ਕੀ ਨੇ, ਅੱਜ ਗੁਰੂ ਨੇ ਕੀ ਕਰਨਾ, ਕੱਲ੍ਹ ਨੂੰ ਗੁਰੂ ਨੇ ਕੀ ਕਰਨ ਦਾ ਹੁਕਮ ਦਿੱਤਾ, ਇਹ ਰਿਪੋਰਟ ਸਾਰੀ ਦਿੱਲੀ ਜਾਂਦੀ ਸੀ। ਇਹ ਅਬ ਉਲ ਤਰਾਨੀ ਵੀ ਉਸ ਦਿਨ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਤੰਬੂ ਦੇ ਅੰਦਰ ਸੰਗਤਾਂ ਦੇ ਇਕੱਠ ਵਿੱਚ ਬੈਠਾ ਦੇਖ ਰਿਹਾ। ਉਹਨੇ ਆਪਣੀ ਜਿਹੜੀ ਰਿਪੋਰਟ ਲਿਖੀ ਔਰੰਗਜ਼ੇਬ ਨੂੰ ਉਸ ਦਿਨ ਦੀ, ਉਹਦੇ ਵਿੱਚ ਉਹਨੇ ਬਚਨ ਲਿਖਿਆ ਕਿ ਬਾਦਸ਼ਾਹ ਔਰੰਗਜ਼ੇਬ ਜੀ, ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਥੇ ਬਹੁਤ ਭਾਰੀ ਸੰਗਤਾਂ ਦਾ ਇਕੱਠ ਬੁਲਾਇਆ। ਭਰੀ ਹੋਈ ਸਭਾ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 5 ਸਿੱਖਾਂ ਦੇ ਜਿਹੜੇ ਸਿਰ ਵੱਢ ਦਿੱਤੇ। ਸਟੇਜ ਦੇ ਉੱਤੇ ਉਹਨੇ ਜ਼ਿਕਰ ਕੀਤਾ, ਕੋਈ ਤੰਬੂ ਦਾ ਉਹਨੇ ਪਰਦੇ ਦਾ ਜ਼ਿਕਰ ਨਹੀਂ ਕੀਤਾ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰ ਪਰਮੇਸ਼ਰ ਏਕੋ ਜਾਨ ਪਰਮੇਸ਼ਰ ਰੂਪ ਨੇ। ਉਹ ਗੁਰੂ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਿਰਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਲਾਇਆ। ਸਤਿਗੁਰ ਮੇਰਾ ਮਾਰ ਜੀ ਵਾਲੈ, ਸਤਿਗੁਰ ਮੇਰਾ ਸਰਬ ਪ੍ਰਤਪਾਲੈ। ਉਹ ਤਾਂ ਮੋਇਆਂ ਨੂੰ ਜਿਉਂਦਿਆਂ ਕਰ ਦਿੰਦਾ ਮੇਰਾ ਸਤਿਗੁਰੂ। ਭਾਈ ਦਇਆ ਰਾਮ ਦਾ ਜਿਹੜਾ ਸੀਸ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਲਵਾਰ ਦਾ ਵਾਰ ਮਾਰ ਕੇ ਸਟੇਜ ਦੇ ਉੱਪਰ ਸੰਗਤਾਂ ਦੇ ਸਾਹਮਣੇ ਜਿਹੜਾ ਵੱਢ ਕਰਕੇ ਸੁੱਟ ਦਿੱਤਾ। ਦੂਸਰੀ ਆਵਾਜ਼ ਦਿੱਤੀ ਹੈ ਸਤਿਗੁਰੂ ਪਾਤਸ਼ਾਹ ਨੇ, ਇੱਕ ਸਿਰ ਦੀ ਹੋਰ ਲੋੜ ਹੈ ਸਾਨੂੰ। ਤਾਂ ਭਾਈ ਧਰਮ ਚੰਦ ਜੀ ਦਿੱਲੀ ਦੇ ਰਹਿਣ ਵਾਲੇ ਇਹ ਉੱਠੇ ਨੇ, ਇਹਨਾਂ ਨੇ ਆਪਣਾ ਸੀਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭੇਟਾ ਕੀਤਾ। ਤੀਸਰੀ ਆਵਾਜ਼ ਤੇ ਹਿੰਮਤ ਰਾਏ ਜੀ ਜਗਨਨਾਥਪੁਰੀ ਨਿਵਾਸੀ ਇਹ ਉੱਠ ਕੇ ਆਏ, ਇਹਨਾਂ ਨੇ ਆਪਣਾ ਸੀਸ ਦਿੱਤਾ। ਚੌਥੀ ਆਵਾਜ਼ ਤੇ ਭਾਈ ਮੋਹਕਮ ਚੰਦ ਜੀ ਦਵਾਰਕਾ ਨਿਵਾਸੀ ਆਏ ਨੇ। ਪੰਜਵੀਂ ਆਵਾਜ਼ ਤੇ ਸਾਹਿਬ ਚੰਦ ਜੀ ਬਿਦਰ ਕਰਨਾਟਕਾ ਤੋਂ ਚੱਲ ਕੇ ਇਹ ਪਹੁੰਚੇ ਨੇ। ਪੰਜਾਂ ਦੇ ਸੀਸ ਸਤਿਗੁਰੂ ਪਾਤਸ਼ਾਹ ਨੇ ਧੜਾਂ ਨਾਲੋਂ ਜੁਦਾ ਕੀਤੇ ਨੇ, ਕਿਉਂਕਿ ਬੰਦੇ ਦੇ ਸਿਰ ਦੇ ਵਿੱਚ ਹੀ ਹੰਕਾਰ ਹੁੰਦਾ ਹੈ। ਪੈਰ ਤਾਂ ਪਹਿਲਾਂ ਹੀ ਧਰਤੀ ਤੇ ਖੜੇ ਨੇ, ਹੇਠਾਂ ਉਤੇ ਨਿਰਮਾਣਤਾ ਵਿੱਚ ਨੇ। ਬੰਦੇ ਦਾ ਸਿਰ ਹੀ ਨਹੀਂ ਝੁਕਦਾ ਹੰਕਾਰ ਕਰਕੇ।
ਹੰਕਾਰ ਦੀ ਨਿਵਰਤੀ ਕਰਨੀ, ਸਤਿਗੁਰੂ ਨੇ ਨਵਾਂ ਜਨਮ ਦੇਣਾ ਪੰਜਾਂ ਨੂੰ, ਤੇ ਜਦੋਂ ਧੜਾਂ ਨਾਲੋਂ ਸੀਸ ਜੁਦਾ ਕਰ ਦਿੱਤੇ ਨੇ, ਪੰਜੇ ਸਰੀਰ ਸਟੇਜ ਦੇ ਉੱਤੇ ਪਏ ਨੇ। ਫਿਰ ਉਸ ਆਬ ਉਲਤ ਰਾਨੀ ਨੇ ਅੱਗੇ ਕੀ ਲਿਖਿਆ, ਸਤਿਗੁਰੂ ਨੇ ਇੱਕ ਕੂੰਡਾ ਮੰਗਾਇਆ ਹੈ, ਕੂੰਡੇ ਦੇ ਉੱਤੇ ਇੱਕ ਕੜਾਹੀ ਰੱਖੀ ਹੈ, ਕੜਾਹੀ ਨੂੰ ਕੁੰਡੇ ਨਹੀਂ ਲੱਗੇ ਹਨ। ਸਰਬ ਲੋਹ ਦੇ ਬਾਟੇ ਬਾਰੇ ਕਹਿ ਰਿਹਾ, ਉਸ ਵਿੱਚ ਸਤਿਗੁਰਾਂ ਨੇ ਸਤਲੁਜ ਦੇ ਵਿੱਚੋਂ ਮੰਗਾ ਕੇ ਜਲ ਪਾਇਆ, ਤੇ ਗੁਰੂ ਗੋਬਿੰਦ ਸਿੰਘ ਜੀ ਹੱਥ ਵਿੱਚ ਖੰਡਾ ਫੜ ਕਰਕੇ ਵੀਰ ਆਸਣ ਬੈਠ ਕਰਕੇ ਕੋਈ ਕਲਮਾ ਪੜ੍ਹਦੇ ਨੇ। ਪੰਜ ਬਾਣੀਆਂ ਦਾ ਜ਼ਿਕਰ ਕੀਤਾ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ ਤੇ ਆਨੰਦ ਸਾਹਿਬ। ਤਿੰਨ ਬਾਣੀਆਂ ਸ੍ਰੀ ਦਸਮ ਗ੍ਰੰਥ ਸਾਹਿਬ ਦੀਆਂ ਤੇ ਦੋ ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ। ਇਹ ਪੰਜ ਬਾਣੀਆਂ ਪੜ੍ਹ ਕੇ ਜਿਸ ਵੇਲੇ ਸਤਿਗੁਰਾਂ ਨੇ ਅੰਮ੍ਰਿਤ ਤਿਆਰ ਕੀਤਾ ਤੇ ਸਾਹਮਣੇ ਅੰਮ੍ਰਿਤ ਦੀ ਜਾਰੀ ਕਲਾ ਵਿਖਾਉਣੀ ਸੀ, ਤਾਂ ਉੱਥੇ ਦੋ ਚਿੜੇ ਆਏ ਨੇ। ਸਤਿਗੁਰਾਂ ਨੇ ਛੋਟੇ ਇੱਕ ਕਟੋਰੇ ਬਰਤਨ ਦੇ ਅੰਦਰ ਕੁਝ ਬੂੰਦਾਂ ਅੰਮ੍ਰਿਤ ਦੀਆਂ ਪਾ ਕੇ ਚਿੜਿਆਂ ਦੇ ਅੱਗੇ ਰੱਖ ਦਿੱਤੀਆਂ, ਤੇ ਜਦੋਂ ਉਹਨਾਂ ਨੇ ਆਪਣੀ ਚੁੰਝ ਦੇ ਨਾਲ ਇਹ ਅੰਮ੍ਰਿਤ ਅੰਦਰ ਰਗਾਂ ਦੇ ਰਾਹੀਂ ਸਰੀਰ ਵਿੱਚ ਲੈ ਕੇ ਗਏ, ਇੰਨਾ ਵੀਰ ਰਸ ਅੰਦਰ ਉਹਨਾਂ ਦੇ ਜਾਗ ਪਿਆ, ਇੱਕ ਦੂਸਰੇ ਨਾਲ ਉਹਨਾਂ ਨੇ ਯੁੱਧ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਯੁੱਧ ਹੋਇਆ ਤੇ ਚੁੰਝਾਂ ਮਾਰ-ਮਾਰ ਕੇ ਲਹੂ ਲਹਾਨ ਹੋ ਗਏ, ਖੰਭ ਉਖੇੜ ਦਿੱਤੇ ਇੱਕ ਦੂਸਰੇ ਦੇ। ਯੁੱਧ ਕਰਦੇ ਕਰਦੇ ਦੋਨੇ ਹੀ ਪ੍ਰਾਣ ਤਿਆਗ ਗਏ। ਜਦੋਂ ਉਹ ਸਾਧ ਸੰਗਤ ਜੀ ਪ੍ਰਾਣ ਤਿਆਗੇ ਨੇ ਤੇ ਗੁਰੂ ਕਾ ਅੰਮ੍ਰਿਤ ਜਿਹੜੀਆਂ ਰਗਾਂ ਵਿੱਚ ਹੀ ਨਿਕਲ ਜਾਵੇ, ਬਿਨਾਂ ਸ਼ੱਕ ਤੋਂ ਐਸੀਆਂ ਰੂਹਾਂ ਪਵਿੱਤਰ ਸੱਚਖੰਡ ਨੂੰ ਜਾਂਦੀਆਂ ਨੇ। ਉਹ ਚਿੜਿਆਂ ਨੇ ਜਦੋਂ ਸਰੀਰ ਤਿਆਗਿਆ ਤੇ ਸਾਹਮਣੇ ਮਾਤਾ ਜੀਤ ਕੌਰ ਜੀ ਵੇਖ ਰਹੇ ਨੇ, ਜੇ ਕਿਤੇ ਪਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਐਸਾ ਅੰਮ੍ਰਿਤ ਖਾਲਸੇ ਨੂੰ ਦੇ ਦਿੱਤਾ ਤੇ ਆਪਸ ਵਿੱਚ ਹੀ ਕਿਤੇ ਗੁਰੂ ਦੇ ਸਿੰਘ ਜਿਹੜੇ ਨੇ ਵੀਰ ਰਸੀ ਹੋ ਕਰਕੇ ਇੱਕ ਦੂਸਰੇ ਨੂੰ ਖਤਮ ਕਰਨ ਨਾ ਲੱਗ ਜਾਣ। ਫਿਰ ਉੱਥੇ ਜਿਹੜੇ ਪਤਾਸੇ ਸੀ, ਕਹਿੰਦੇ ਇੱਕ ਬੀਬੀ ਨੇ ਪਤਾਸੇ ਪਾਏ ਲਿਆ ਕੇ, ਆਬ ਉਲਤ ਰਾਨੀ ਕਹਿੰਦਾ, ਉਹ ਮਾਤਾ ਜੀਤ ਕੌਰ ਜੀ ਨੇ ਪਤਾਸੇ ਲਿਆ ਕਰਕੇ ਅੰਮ੍ਰਿਤ ਵਿੱਚ ਪਾਏ ਤੇ ਮਠਾਸ ਭਰ ਦਿੱਤੀ। ਗੁਰੂ ਦੇ ਸਿੰਘਾਂ ਖਾਲਸਿਆਂ ਦਾ ਆਪਸ ਵਿੱਚ ਬੜਾ ਮਠਾਸ ਪ੍ਰੇਮ ਹੋਵੇਗਾ ਤੇ ਅੰਦਰ ਵੀਰ ਰਸ ਵੀ ਪੂਰਾ ਅੱਤ ਦਾ ਹੋਵੇਗਾ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤ ਤਿਆਰ ਕੀਤਾ, ਫਿਰ ਇਹਨਾਂ ਪੰਜਾਂ ਸਰੀਰਾਂ ਦੇ ਉੱਤੇ ਅੰਮ੍ਰਿਤ ਦੇ ਛਿੱਟੇ ਮਾਰ ਕਰਕੇ ਕਲਗੀਧਰ ਪਾਤਸ਼ਾਹ ਨੇ ਇਹਨਾਂ ਨੂੰ ਸੁਰਜੀਤ ਕੀਤਾ ਹੈ। ਫਿਰ ਪੰਜਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਸੰਗਤਾਂ ਦੇ ਸਾਹਮਣੇ ਲਿਆ ਕਰਕੇ ਖੜਿਆਂ ਕੀਤਾ। ਇਹਨਾਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਪੰਜ ਪੰਜ ਚੁਲੇ ਮੁਖ ਦੇ ਰਾਹੀਂ ਛਕਾਏ ਨੇ। ਪੰਜ ਪੰਜ ਛਿੱਟੇ ਜਿਹੜੇ ਨੇ ਸਾਧ ਸੰਗਤ ਨੇਤਰਾਂ ਵਿੱਚ ਪਾਏ ਨਜ਼ਰ ਪਵਿੱਤਰ ਕਰਨ ਵਾਸਤੇ। ਫਿਰ ਕੇਸਾਂ ਵਿੱਚ ਪੰਜ ਪੰਜ ਚੁਲੇ ਸਤਿਗੁਰਾਂ ਨੇ ਪਾਏ ਨੇ। ਅੰਮ੍ਰਿਤ ਜਦੋਂ ਛਕਾਇਆ ਗਿਆ ਤੇ ਫਿਰ ਇਹਨਾਂ ਨੂੰ ਸਮੁੱਚੀ ਜਿਹੜੀ ਮਰਜ਼ਾਦਾ ਹੈ ਤੇ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਈ ਹੈ। ਨਾਲ ਕਹਿ ਦਿੱਤਾ, ਤੁਸੀਂ ਮੇਰੇ ਅੱਜ ਸਾਹਿਬ ਹੋ ਗਏ, ਮੇਰੇ ਮਾਲਕ ਹੋ ਗਏ ਹੋ। ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ। ਤੁਹਾਡਾ ਮੈਂ ਹਰ ਉਹ ਹੁਕਮ ਜਿਹੜਾ ਸਿਰ ਮਸਤਕ ਮੰਨਾਂਗਾ। ਕਲਗੀਆਂ ਵਾਲੇ ਸਤਿਗੁਰਾਂ ਨੇ ਇੱਕੋ ਜਿਹੇ ਇਹਨਾਂ ਦੇ ਜਿਹੜੇ ਚੋਲੇ ਪੁਸ਼ਾਕਾਂ ਨੇ, ਇੱਕੋ ਦਸਤਾਰਾਂ ਨੇ, ਇੱਕੋ ਸ੍ਰੀ ਸਾਹਿਬਾਂ ਗਾਤਰੇ ਵਿੱਚ ਪਹਿਨਾਈਆਂ ਤੇ ਇਹਨਾਂ ਦੇ ਨਾਮ ਜਿਹੜੇ ਸਤਿਗੁਰਾਂ ਨੇ ਦਇਆ ਰਾਮ ਤੋਂ ਦਇਆ ਸਿੰਘ, ਧਰਮ ਚੰਦ ਤੋਂ ਧਰਮ ਸਿੰਘ ਰੱਖਿਆ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ, ਸਿੰਘ ਸ਼ਬਦ ਲਾ ਕਰਕੇ ਪੰਜਾਂ ਨੂੰ ਸਤਿਗੁਰਾਂ ਨੇ ਸ਼ੇਰ ਬਣਾ ਦਿੱਤਾ। ਕਿਉਂਕਿ ਜਿੱਥੇ ਅੰਦਰ ਦਇਆ ਆ ਜਾਵੇਗੀ ਗੁਰੂ ਦੇ ਪਿਆਰੇ ਗੁਰਸਿੱਖ ਦੇ ਮਨ ਅੰਦਰ, ਤੇ ਉਹ ਫਿਰ ਧਰਮੀ ਹੋਵੇਗਾ। ਜਿਹੜਾ ਧਰਮੀ ਬੰਦਾ ਹੋ ਜਾਂਦਾ ਉਹ ਹਿੰਮਤੀ ਹੁੰਦਾ, ਦਲਿੱਦਰੀ ਨਹੀਂ ਹੁੰਦਾ। ਜਦੋਂ ਹਿੰਮਤ ਆ ਜਾਂਦੀ, ਮੋਹ ਕੰਮ ਜਿਹੜਾ ਮੋਹ ਹੈ ਉਹ ਕੰਮ ਜਾਂਦਾ, ਘਟ ਜਾਂਦਾ ਹੈ। ਜਦੋਂ ਮੋਹ ਘਟ ਗਿਆ ਤੇ ਫਿਰ ਸਾਹਿਬ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ। ਇਹ ਪੰਜਾਂ ਪਿਆਰਿਆਂ ਦੇ ਨਾਮ ਸਤਿਗੁਰਾਂ ਨੇ ਸਿੰਘ ਸ਼ਬਦ ਲਾਏ। ਫਿਰ ਉੱਥੇ ਆਪ ਸਤਿਗੁਰੂ ਬੇਨਤੀਆਂ ਕਰਦੇ ਪਏ ਨੇ, ਪੰਜ ਪਿਆਰੇ ਸਹਿਬਾਨ ਜੀ, ਜਿਸ ਤਰ੍ਹਾਂ ਤੁਹਾਨੂੰ ਮੈਂ ਅੰਮ੍ਰਿਤ ਛਕਾ ਕੇ ਸਿੰਘ ਬਣਾਇਆ, ਹੁਣ ਅੰਮ੍ਰਿਤ ਛਕਾ ਕੇ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਉੱਥੇ ਹੱਥ ਜੋੜਦੇ ਨੇ ਪੰਜਾਂ ਦੇ ਸਨਮੁਖ। ਫਿਰ ਪੰਜਾਂ ਪਿਆਰਿਆਂ ਨੇ ਉਸੇ ਮਰਜ਼ਾਦਾ ਅਨੁਸਾਰ
ਇੱਕ ਇੱਕ ਬਾਣੀ ਇੱਕ ਇੱਕ ਪਿਆਰੇ ਨੇ ਪੜ੍ਹ ਕਰਕੇ ਪੰਜਾਂ ਬਾਣੀਆਂ ਦਾ ਜਾਪ ਕਰਕੇ ਅੰਮ੍ਰਿਤ ਤਿਆਰ ਕੀਤਾ। ਜਦੋਂ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਅੰਮ੍ਰਿਤ ਲੈਣ ਲੱਗੇ ਨੇ, ਅੱਗੇ ਬੁੱਕ ਕੀਤਾ ਹੈ ਦਇਆ ਸਿੰਘ ਜੀ ਦੇ, ਤਾਂ ਭਾਈ ਦਇਆ ਸਿੰਘ ਜੀ ਪੁੱਛਦੇ ਨੇ ਸਤਿਗੁਰੂ ਨੂੰ ਕਿ ਅਸੀਂ ਤੇ ਆਪਣੇ ਸੀਸ ਦੇ ਕੇ ਸਿਰ ਦੇ ਬਦਲੇ ਅੰਮ੍ਰਿਤ ਲਿਆ, ਤੁਸੀਂ ਸਾਨੂੰ ਅੰਮ੍ਰਿਤ ਦੇ ਬਦਲੇ ਕੀ ਦੇਵੋਗੇ? ਤਾਂ ਕਲਗੀਆਂ ਵਾਲੇ ਸਤਿਗੁਰੂ ਕਹਿੰਦੇ ਮੇਰਾ ਵੀ ਸਿਰ ਹਾਜ਼ਰ ਹੈ, ਤਲਵਾਰ ਦਾ ਸ੍ਰੀ ਸਾਹਿਬ ਦਾ ਵਾਰ ਕਰਕੇ ਧੜ ਦੇ ਨਾਲੋਂ ਸਿਰ ਲਾ ਲਓ। ਭਾਈ ਦਇਆ ਸਿੰਘ ਜੀ ਕਹਿੰਦੇ ਨੇ ਗੁਰੂ ਵੀ ਸਿਰ ਦੇਵੇ, ਸਿੱਖ ਵੀ ਸਿਰ ਦਿੰਦਾ ਹੋਵੇ ਤੇ ਫਰਕ ਕੀ ਰਹਿ ਗਿਆ ਸਿੱਖ ਤੇ ਗੁਰੂ ਵਿੱਚ? ਕਲਗੀਆਂ ਵਾਲੇ ਸਤਿਗੁਰੂ ਕਹਿੰਦੇ ਦਇਆ ਸਿੰਘ ਜੀ ਕਿਹੜੇ ਇੱਕ ਸਿਰ ਦੀ ਗੱਲ ਕਰਦੇ ਹੋ? ਇੱਕ ਸਿਰ ਮੈਂ ਪਹਿਲਾਂ ਪਿਤਾ ਗੁਰੂ ਤੇਗ ਬਹਾਦਰ ਜੀ ਦਾ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਦੇ ਚੁੱਕੇ ਹਾਂ, ਦੂਜਾ ਸਿਰ ਮੇਰਾ ਹਾਜ਼ਰ ਹੈ, ਤਲਵਾਰ ਮਾਰ ਕੇ ਲਾ ਲਓ ਧੜ ਦੇ ਨਾਲੋਂ, ਤੀਸਰਾ ਸੀਸ ਮਾਤਾ ਗੁਜਰ ਕੌਰ ਜੀ ਦਾ ਠੰਡੇ ਬੁਰਜ ਵਿੱਚ ਦੇ ਦਿਆਂਗਾ, ਵੱਡੇ ਲਾਲਾਂ ਦੇ ਸੀਸ ਚਮਕੌਰ ਦੀ ਗੜੀ ਵਿੱਚ ਬਾਰ ਦਿਆਂਗਾ ਪੰਥ ਦੇ ਉੱਪਰੋਂ, ਛੋਟੇ ਸਾਹਿਬਜ਼ਾਦੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਨਗੀਆਂ ਫਤਿਹਗੜ੍ਹ ਦੀ ਧਰਤੀ ਤੇ, ਸਰਬੰਸ ਦਾਨੀ ਹੋ ਜਾਵਾਂਗਾ, ਪੰਜੇ ਪੁੱਤਰ ਭੂਆ ਜੀ ਦੇ ਉਹ ਵੀ ਪੰਥ ਤੋਂ ਕੁਰਬਾਨ ਕਰ ਦਿਆਂਗਾ, ਅੰਮ੍ਰਿਤ ਤੋਂ ਵਾਂਝਾ ਨਾ ਰੱਖੋ। ਫਿਰ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਪੰਜਾਂ ਪਿਆਰਿਆਂ ਨੇ ਪਾਨ ਕਰਵਾਇਆ ਤੇ ਸਾਰੀ ਰਹਿਤ ਬਹਿਤ ਜਿਹੜੀ ਪੰਜਾਂ ਨੂੰ ਸਤਿਗੁਰਾਂ ਨੇ ਸੁਣਾਈ, ਉਹੀ ਸਾਰੀ ਮਰਜ਼ਾਦਾ ਪੰਜਾਂ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦ੍ਰਿੜ ਕਰਵਾਈ। ਕਲਗੀਆਂ ਵਾਲੇ ਸਤਿਗੁਰਾਂ ਨੇ ਆਪ ਅੰਮ੍ਰਿਤ ਛਕਿਆ, ਸਮੁੱਚਾ ਪਰਿਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਸ ਦਿਨ ਸਭ ਪਰਿਵਾਰ ਚੜਾਇਆ ਬੇੜੇ, ਦੀਨ ਦਿਆਲ ਭਰੋਸੇ ਤੇਰੇ। ਚਾਰੇ ਸਾਹਿਬਜ਼ਾਦਿਆਂ, ਤਿੰਨਾਂ ਗੁਰੂ ਕੇ ਮਹਿਲਾਂ ਨੇ, ਮਾਤਾ ਗੁਜਰ ਕੌਰ ਜੀ ਨੇ, ਸਮੁੱਚੇ ਹੀ ਪਰਿਵਾਰ ਨੇ ਅੰਮ੍ਰਿਤ ਪਾਨ ਕੀਤਾ ਹੈ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹ ਖਾਲਸਾ ਪੰਥ ਜਿਹੜਾ ਸਾਜਿਆ ਤੇ ਖਾਲਸੇ ਅੰਦਰ ਸਾਰੇ ਗੁਣ ਵੀ ਰੱਖ ਦਿੱਤੇ। ਚਾਰ ਜਿਹੜੇ ਵਰਨ ਸੀ, ਬ੍ਰਾਹਮਣ ਦਾ ਗੁਣ ਹੁੰਦਾ ਸੀ ਵਿਦਿਆ ਪੜ੍ਹਨੀ ਪੜ੍ਹਾਣੀ, ਇਹ ਗੁਣ ਵੀ ਖਾਲਸੇ ਨੂੰ ਦੇ ਦਿੱਤਾ, ਤੈਨੂੰ ਕਿਸੇ ਦੇ ਮੁਹਤਾਜ ਨਹੀਂ ਰੱਖਾਂਗਾ। ਛਤਰੀ ਦਾ ਧਰਮ ਹੁੰਦਾ ਸੀ ਧਰਮ ਯੁੱਧ ਕਰਕੇ ਮਰ ਮਿਟ ਜਾਣਾ, ਸ਼ਹੀਦ ਹੋ ਜਾਣਾ, ਗਰੀਬ ਦੀ ਰਾਖੀ ਕਰਨੀ, ਇਹ ਵੀ ਗੁਣ ਖਾਲਸੇ ਦੀ ਝੋਲੀ ਪਾ ਦਿੱਤਾ। ਵੈਸ ਦਾ ਗੁਣ ਹੁੰਦਾ ਸੀ ਕੋਈ ਲੈਣਾ ਦੇਣਾ ਕਰਨਾ, ਵਪਾਰ ਕਰਨਾ, ਇਹ ਗੁਣ ਗੁਰੂ ਕੇ ਖਾਲਸੇ ਨੂੰ ਲੰਗਰ ਲਾਉਣੇ, ਸੰਗਤਾਂ ਦੀ ਸੇਵਾ ਕਰਨੀ, ਇਹ ਵੀ ਗੁਣ ਦੇ ਦਿੱਤਾ। ਚੌਥਾ ਜਿਹੜਾ ਸੂਦਰ ਦਾ ਗੁਣ ਹੁੰਦਾ ਸੀ ਤੇ ਪਰਾਏ ਦੇ ਘਰਾਂ ਵਿੱਚ ਝਾੜੂ ਪੋਚਾ ਕਰਨਾ, ਗਲੀਆਂ ਨਾਲੀਆਂ ਸਾਫ਼ ਕਰਨੀਆਂ, ਗੁਰੂ ਦੇ ਸਿੱਖ ਨੂੰ ਗੁਣ ਦੇ ਦਿੱਤਾ, ਤੂੰ ਵੀ ਸੰਗਤਾਂ ਦੇ ਜੋੜੇ ਝਾੜਨੇ ਨੇ, ਤੱਪੜ ਝਾੜਨੇ ਨੇ, ਝਾੜੂ ਦੇਣੇ ਸੰਗਤ ਦੀਆਂ ਸਥਾਨਾਂ ਗੁਰ ਸਥਾਨਾਂ ਤੇ ਜਾ ਕੇ। ਇਸ ਜਿਹੜਾ ਗੁਣੀ ਨਿਧਾਨ ਖਾਲਸਾ ਬਣਾਇਆ ਸਤਿਗੁਰੂ ਜੀ ਨੇ। ਕਿਹੜਾ ਗੁਣ ਜਿਹੜਾ ਖਾਲਸੇ ਦੇ ਅੰਦਰ ਨਹੀਂ ਹੈ? ਖਾਲਸ ਤਾਹੇ ਨਖਾਲਸ ਜਾਣੈ, ਇਸ ਲਈ ਸੁੱਧ ਸਰੂਪ ਦੇ ਅੰਦਰ ਖਾਲਸਾ ਪੈਦਾ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਇਹ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ। ਫਿਰ ਇਸ ਤੋਂ ਅੱਗੇ ਸਤਿਗੁਰੂ ਪਾਤਸ਼ਾਹ ਜੀ ਨੇ 1706 ਈਸਵੀ ਦੀ ਵਿਸਾਖੀ ਉਹ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਪਾਵਨ ਸਥਾਨ ਤਖਤ ਸਾਹਿਬ ਦੇ ਸਥਾਨ ਤੇ ਮਨਾਈ ਹੈ। ਉੱਥੇ 1,20,000 ਸੰਗਤਾਂ ਨੇ ਅੰਮ੍ਰਿਤ ਪਾਨ ਕੀਤਾ ਸੀ ਉਸ ਵੇਲੇ। 1714 ਈਸਵੀ ਦੀ ਵਿਸਾਖੀ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਸਥਾਨ ਤੇ ਮਨਾਈ। ਕੌਮ ਦਾ ਬਹੁਤ ਵੱਡਾ ਉੱਥੇ ਇਕੱਠ ਕੀਤਾ ਗਿਆ, ਗੁਰਮਤੇ ਕੀਤੇ ਗਏ, ਅੰਮ੍ਰਿਤ ਪਾਨ ਕੀਤੇ ਗਏ। ਇਸ ਤੋਂ ਬਾਅਦ ਹੋਰ ਵੀ ਬੇਅੰਤ ਵਿਸਾਖੀਆਂ ਆਈਆਂ ਨੇ। 1919 ਦੀ ਵਿਸਾਖੀ ਇਸ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਜਲਿਆਂਵਾਲੇ ਬਾਗ ਦਾ ਸਾਕਾ ਕਿਸੇ ਨੂੰ ਭੁੱਲਿਆ ਨਹੀਂ ਹੈ। 1978 ਦੀ ਵਿਸਾਖੀ ਨਕਲੀ ਨਿਰੰਕਾਰੀਆਂ ਵੱਲੋਂ ਸਿੰਘਾਂ ਤੇ ਗੋਲੀਆਂ ਚਲਾ ਕੇ 13 ਸਿੰਘਾਂ ਨੂੰ ਸ਼ਹੀਦ ਕਰ ਦੇਣਾ, ਇਹ ਵੀ ਕੋਈ ਭੁੱਲ ਨਹੀਂ ਸਕਦਾ। ਬੜੀਆਂ ਵਿਸਾਖੀਆਂ ਆਈਆਂ, ਬਹੁਤ ਲੰਬਾ ਵਿਸਾਖੀਆਂ ਦਾ ਇਤਿਹਾਸ ਹੈ। ਸੋ ਰਹੋ ਵਿਚਾਰ ਅੱਜ ਸਮੁੱਚੀਆਂ ਜਿੰਨੀਆਂ ਸੰਗਤਾਂ ਵਿਸਾਖੀ ਦੇ ਪਾਵਨ ਪਵਿੱਤਰ ਦਿਹਾੜੇ ਨੂੰ ਲੈ ਕੇ ਆਪਾਂ ਇਕੱਤਰ ਹੋਏ ਹਾਂ। ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪੁੱਤਰ ਧੀਆਂ ਬਣੀਏ, ਸਤਿਗੁਰੂ ਦੇ ਪਾਏ ਪੂਰਨਿਆਂ ਤੇ ਚੱਲੀਏ, ਨਿਤਨੇਮ ਕਰੀਏ, ਅਭਿਆਸ ਕਰੀਏ ਜ਼ਿੰਦਗੀ ਦੇ ਅੰਦਰ। ਗੁਰੂ ਤੋਂ ਬਿਨਾਂ ਦੂਸਰੇ ਕਿਸੇ ਤੇ ਭਰੋਸਾ ਨਾ ਰੱਖੀਏ।
ਇਹ ਗੁਰੂ ਸਾਹਿਬ ਦੇ ਪਾਏ ਜੇ ਪੂਰਨਿਆਂ ਤੇ ਚੱਲਾਂਗੇ, ਸਾਡਾ ਮਨੁੱਖਾ ਜਨਮ ਜਿਹੜਾ ਸਫਲਾ ਹੋਵੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਗੋਦ ਵਿੱਚ ਸਾਨੂੰ ਲੈ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।